ਅੱਜ ਪਸਾ ਦੀ ਪਵਿੱਤਰ ਸਭਾ ਹੈ। ਸਾਨੂੰ ਪਸਾ ਮਨਾਉਣ ਦੀ ਇਜਾਜ਼ਤ ਦੇਣ ਲਈ ਅਸੀਂ ਐਲੋਹਿਮ ਪਰਮੇਸ਼ਵਰ, ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਜੀ ਨੂੰ ਵਡਿਆਈ ਅਤੇ ਸਤੁਤੀ ਦਿੰਦੇ ਹਾਂ। ਪਸਾ ਦੀ ਮੁੱਖ ਆਰਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਸੀਂ ਯਹੂਨਾ ਅਧਿਆਇ 13 ਵਿੱਚ ਪਸਾ ਦੇ ਪਰਬ ਉੱਤੇ ਪੈਰ ਧੋਣ ਦੀ ਵਿਧੀ ਦੇ ਮਤਲਬ ਬਾਰੇ ਅਧਿਐਨ ਕਰੀਏ, ਜੋ ਯੀਸ਼ੂ ਨੇ 2000 ਸਾਲ ਪਹਿਲਾਂ ਸਾਨੂੰ ਸਿਖਾਈ ਹੈ। ਪਸਾ ਦੇ ਤਿਉਹਾਰ ਤੋਂ ਪਹਿਲਾਂ ਯੀਸ਼ੂ ਨੇ ਇਹ ਜਾਣ ਕੇ, ਭਾਈ ਮੇਰੀ ਘੜੀ ਆ ਪਹੁੰਚੀ ਹੈ, ਜਾਂ ਮੈਂ ਇਸ ਜਗਤ ਨੂੰ ਛੱਡ ਕੇ ਪਿਤਾ ਕੋਲ ਜਾਵਾਂ, ਆਪਣੇ ਨਿੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰਕੇ ਉਹਨਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ। ਅਰਖਾਨ ਦੇ ਵੇਲੇ ਜਦ ਸ਼ੈਤਾਨ ਸ਼ਮੌਨ ਦੇ ਪੁੱਤਰ ਯਹੂਦਾ ਇਸਕਰੀਓਤੀ ਦੇ ਦਿਲ ਵਿੱਚ ਇਹ ਪਾ ਚੁੱਕਿਆ ਸੀ ਜੋ ਉਹ ਉਸ ਨੂੰ ਫੜਵਾ ਦੇਵੇ, ਤਦ ਯੀਸ਼ੂ ਨੇ ਇਹ ਜਾਣ ਕੇ, ਭਾਈ ਪਿਤਾ ਨੇ ਸਭ ਕੁਝ ਮੇਰੇ ਹੱਥ ਵਿੱਚ ਸੌਂਪਿਆ ਹੈ ਅਤੇ ਮੈਂ ਪਰਮੇਸ਼ਵਰ ਦੇ ਕੋਲੋਂ ਆਇਆ ਹਾਂ ਅਤੇ ਪਰਮੇਸ਼ਵਰ ਦੇ ਕੋਲ ਜਾਂਦਾ ਹਾਂ। ਖਾਣ ਤੋਂ ਉੱਠਿਆ ਔਰ ਆਪਣੇ ਬਸਤਰ ਲਾ ਛੱਡੇ ਔਰ ਪਰਨਾ ਲੈ ਕੇ ਆਪਣਾ ਲੱਕ ਬੰਨਿਆ। ਫਿਰ ਬਾਟੀ ਵਿੱਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਬੱਧਾ ਹੋਇਆ ਸੀ ਪੂੰਝਣ ਲੱਗਾ। ਸੋ ਉਹ ਸ਼ਮੌਨ ਪਤਰਸ ਕੋਲ ਆਇਆ। ਉਹਨੇ ਉਸ ਨੂੰ ਆਖਿਆ, ਪ੍ਰਭੂ ਜੀ, ਤੂੰ ਮੇਰੇ ਪੈਰ ਧੋਂਦਾ ਹੈ? ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, ਜੋ ਮੈਂ ਕਰਦਾ ਹਾਂ ਸੋ ਤੂੰ ਹੁਣ ਨਹੀਂ ਜਾਣਦਾ, ਪਰ ਇਹਦੇ ਪਿੱਛੋਂ ਸਮਝੇਗਾ। ਪਤਰਸ ਨੇ ਉਸ ਨੂੰ ਕਿਹਾ, ਤੈਂ ਮੇਰੇ ਪੈਰ ਕਦੇ ਨਾ ਧੋਣੇ। ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ। ਸ਼ਮੌਨ ਪਤਰਸ ਨੇ ਉਸ ਨੂੰ ਆਖਿਆ, ਪ੍ਰਭੂ ਜੀ, ਨਿਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਵੀ ਧੋ। ਯੀਸ਼ੂ ਨੇ ਉਹਨੂੰ ਆਖਿਆ, ਜਿਹੜਾ ਨਲਾਇਆ ਗਿਆ ਹੈ ਉਹਨੂੰ ਬਿਨਾਂ ਪੈਰ ਧੋਣ ਦੇ ਹੋਰ ਕੁਝ ਲੋੜ ਨਹੀਂ, ਸਗੋਂ ਸਾਰਾ ਸ਼ੁੱਧ ਹੈ ਅਰ ਤੁਸੀਂ ਸ਼ੁੱਧ ਹੋ। ਆਓ ਅਸੀਂ ਵਚਨ 12 ਉੱਤੇ ਜਾਈਏ। ਉਪਰੰਤ ਜਾ ਉਹ ਉਹਨਾਂ ਦੇ ਪੈਰ ਤੋਂ ਹਟਿਆ ਤੇ ਆਪਣੇ ਬਸਤਰ ਲੈ ਲਏ, ਤਾਂ ਫਿਰ ਬੈਠ ਕੇ ਉਹਨਾਂ ਨੂੰ ਆਖਿਆ, ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿ ਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ, ਕਿਉਂ ਜੋ ਮੈਂ ਹਾਂ। ਸੋ ਜੇ ਮੈਂ ਗੁਰੂ ਅਤੇ ਪ੍ਰਭੂ ਹੋ ਕੇ ਤੁਹਾਡੇ ਪੈਰ ਧੋਤੇ, ਤਾਂ ਚਾਹੀਦਾ ਹੈ ਜੋ ਤੁਸੀਂ ਵੀ ਕੀ ਕਰੋ, ਇੱਕ ਦੂਏ ਦੇ ਪੈਰ ਧੋਵੋ। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ, ਤਾਂ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। ਪਸਾ ਦੀ ਮੁੱਖ ਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਯੀਸ਼ੂ ਦੀ ਇਸ ਸਿੱਖਿਆ ਦੇ ਅਨੁਸਾਰ ਪੈਰ ਧੋਣ ਦੀ ਵਿਧੀ ਕਰਨੀ ਚਾਹੀਦੀ ਹੈ। ਪੈਰ ਧੋਣ ਦੀ ਵਿਧੀ ਤੋਂ ਬਾਅਦ ਹੀ ਅਸੀਂ ਪਸਾ ਦੇ ਪਵਿੱਤਰ ਭੋਜ ਦੀ ਵਿਧੀ ਵਿੱਚ ਭਾਗ ਲੈ ਸਕਦੇ ਹਾਂ, ਜਿਸ ਦੇ ਦੁਆਰਾ ਅਸੀਂ ਪਵਿੱਤਰ ਸਰੀਰ ਵਿੱਚ ਭਾਗ ਲੈਂਦੇ ਹਾਂ। ਪਰਮੇਸ਼ਵਰ ਨੇ ਕਿਹਾ, ਜੇਕਰ ਕੋਈ ਪੈਰ ਧੋਣ ਦੀ ਵਿਧੀ ਕੀਤੇ ਬਿਨਾਂ ਮਸੀਹ ਦੇ ਪਵਿੱਤਰ ਭੋਜ ਵਿੱਚ ਭਾਗ ਲੈਂਦਾ ਹੈ ਤਾਂ ਇਹ ਇੱਕ ਵੱਡਾ ਪਾਪ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਅੱਜ ਪੈਰ ਧੋਣ ਦੀ ਵਿਧੀ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਨੂੰ ਪੈਰ ਧੋਣ ਦੀ ਵਿਧੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡੇ ਪੈਰ ਧੋਣ ਦੀ ਇੱਕ ਵਿਧੀ ਹੈ। ਜੋ ਲੋਕ ਇਸ ਵਿਧੀ ਵਿੱਚ ਭਾਗ ਲੈਣ ਵਿੱਚ ਅਸਫਲ ਹੁੰਦੇ ਹਨ, ਉਹ ਪਵਿੱਤਰ ਭੋਜ ਦੀ ਵਿਧੀ ਵਿੱਚ ਭਾਗ ਨਹੀਂ ਲੈ ਸਕਦੇ। ਇਸ ਪ੍ਰਕਿਰਿਆ ਦਾ ਪਾਲਨ ਕਰਨਾ ਬਾਈਬਲ ਦੀਆਂ ਸਿੱਖਿਆਵਾਂ ਦਾ ਪਾਲਨ ਕਰਨ ਦਾ ਤਰੀਕਾ ਹੈ। ਇਸ ਲਈ ਸਾਨੂੰ ਇਹ ਪੱਕਾ ਹੀ ਕਰਨਾ ਚਾਹੀਦਾ ਹੈ। ਆਓ ਅਸੀਂ ਕੂਚ 30 ਖੋਲੀਏ ਅਤੇ ਵੇਖੀਏ ਕਿ ਪੁਰਾਣਾ ਨੇਮ ਇਸ ਵਿਧੀ ਦੇ ਬਾਰੇ ਕਿਵੇਂ ਦੱਸਦਾ ਹੈ। ਆਓ ਅਸੀਂ ਕੂਚ ਅਧਿਆਇ 30 ਵਚਨ 17 ਵੇਖੀਏ। ਯਹੋਵਾ ਨੇ ਮੂਸਾ ਨੂੰ ਫਰਮਾਇਆ ਕਿ ਤੂੰ ਧੋਣ ਲਈ ਇੱਕ ਪਿੱਤਲ ਦਾ ਹੂਦ ਅਤੇ ਉਹਦੇ ਲਈ ਪਿੱਤਲ ਦੀ ਇੱਕ ਚੱਕੀ ਬਣਾਈ ਅਤੇ ਮੰਡਲੀ ਦੇ ਤੰਬੂ ਤੇ ਜਗਬੇਦੀ ਦੇ ਵਿਚਕਾਰ ਉਹਨੂੰ ਰੱਖੀ ਅਤੇ ਉਸ ਵਿੱਚ ਪਾਣੀ ਭਰੀ। ਉਸ ਵਿੱਚ ਹਾरून ਅਤੇ ਉਸ ਦੇ ਪੁੱਤਰ ਆਪਣੇ ਹੱਥ ਪੈਰ ਧੋਣ। ਪੁਰਾਣੇ ਨੇਮ ਵਿੱਚ ਦੋਨੋਂ ਹੱਥ ਅਤੇ ਪੈਰ ਧੋਣ ਦੀ ਵਿਧੀ ਸੀ, ਪਰ ਨਵੇਂ ਨੇਮ ਵਿੱਚ ਯੀਸ਼ੂ ਨੇ ਕਿਹਾ ਕਿ ਸਿਰਫ ਪੈਰ ਧੋਣਾ ਹੀ ਕਾਫੀ ਹੈ। ਆਓ ਅਸੀਂ ਵਚਨ 19 ਦੁਬਾਰਾ ਵੇਖੀਏ। ਉਸ ਵਿੱਚ ਹਾरून ਅਤੇ ਉਸ ਦੇ ਪੁੱਤਰ ਆਪਣੇ ਹੱਥ ਪੈਰ ਧੋਣ, ਜਦੋਂ ਮੰਡਲੀ ਦੇ ਤੰਬੂ ਵਿੱਚ ਅਥਵਾ ਜਦੋਂ ਜਗਵੇਦੀ ਦੇ ਨੇੜੇ ਉਪਾਸਨਾ ਲਈ ਆਉਣ ਕਿ ਯਹੋਵਾ ਲਈ ਅੱਗ ਦੀ ਭੇਟ ਤੋਂ ਖਾਣ, ਤਾਂ ਉਹ ਪਾਣੀ ਨਾਲ ਧੋਣ ਪਈ ਉਹ ਨਾ ਮਰਨ। ਇਹ ਪੁਰਾਣੇ ਨੇਮ ਦਾ ਬਹੁਤ ਸਖਤ ਸਿਸਟਮ ਸੀ। ਜੇ ਜਾਜਕ ਪਹਿਲਾ ਹੱਥ ਪੈਰ ਧੋਤੇ ਬਿਨਾਂ ਧੋਤੇ ਮਿਲਣ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਪ੍ਰਵੇਸ਼ ਕਰੇ ਤਾਂ ਉਹ ਮਾਰਿਆ ਜਾਂਦਾ ਸੀ। ਇਸ ਯੁੱਗ ਵਿੱਚ ਵੀ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਅਸੀਂ ਪਹਿਲਾ ਪੈਰ ਧੋਣ ਦੀ ਵਿਧੀ ਕੀਤੇ ਬਿਨਾਂ ਪਵਿੱਤਰ ਭੋਜ ਦੀ ਵਿਧੀ ਵਿੱਚ ਭਾਗ ਲੈਂਦੇ ਹਾਂ ਤਾਂ ਅਸੀਂ ਇੱਕ ਵੱਡਾ ਪਾਪ ਕਰਦੇ ਹਾਂ। ਇਸ ਲਈ ਸਾਨੂੰ ਵਿਧੀ ਨੂੰ ਕ੍ਰਮ ਦੇ ਅਨੁਸਾਰ ਪਸਾ ਦੇ ਪਵਿੱਤਰ ਭੋਜ ਦੀਆਂ ਸਾਰੀਆਂ ਵਿਧੀਆਂ ਨੂੰ ਕਰਨਾ ਚਾਹੀਦਾ ਹੈ।
ਆਓ ਅਸੀਂ ਵਚਨ ਵੀ ਦੁਬਾਰਾ ਵੇਖੀਏ। ਜਦ ਉਹ ਮੰਡਲੀ ਦੇ ਤੰਬੂ ਵਿੱਚ ਅਥਵਾ ਜਦ ਉਹ ਜਗਵੇਦੀ ਦੇ ਨੇੜੇ ਉਪਾਸਨਾ ਲਈ ਆਉਣ ਕੀ ਯਹੋਵਾ ਵਾਲੀ ਅੱਗ ਦੀ ਭੇਟ ਤੋਂ ਖਾਣ, ਤਾਂ ਉਹ ਪਾਣੀ ਨਾਲ ਧੋਣ ਪਈ ਉਹ ਨਾ ਮਰਨ। ਉਹ ਆਪਣੇ ਹੱਥ ਪੈਰ ਧੋਣ ਕਿ ਉਹ ਨਾ ਮਰਨ, ਅਤੇ ਉਹ ਉਹਨਾਂ ਲਈ ਸਦਾ ਦੀ ਵਿਧੀ ਹੋਵੇ, ਅਰਥਾਤ ਉਸ ਲਈ ਅਤੇ ਉਸ ਅੰਸ਼ ਲਈ ਉਹਨਾਂ ਦੀ ਪੀੜ੍ਹੀਓ ਪੀੜ੍ਹੀ ਤੀਕ। ਪੁਰਾਣੇ ਨੇਮ ਦੇ ਜਾਜਕਾਂ ਨੂੰ ਮੰਡਲੀ ਦੇ ਤੰਬੂ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇੱਕ ਭਾਂਡੇ ਵਿੱਚ ਪਾਣੀ ਨਾਲ ਆਪਣੇ ਹੱਥ ਅਤੇ ਪੈਰ ਧੋਣੇ ਹੁੰਦੇ ਸੀ। ਸਿਰਫ ਉਹ ਜਾਜਕ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਯੋਗ ਹੁੰਦੇ ਸੀ। ਅੱਜ ਤੁਸੀਂ ਅਤੇ ਮੈਂ ਪਵਿੱਤਰ ਪਸਾ ਮਨਾ ਰਹੇ ਹਾਂ, ਜਿਸ ਦੇ ਦੁਆਰਾ ਅਸੀਂ ਮਸੀਹ ਦੇ ਮਾਸ ਅਤੇ ਮਸੀਹ ਦੇ ਕੀਮਤੀ ਲਹੂ ਵਿੱਚ ਭਾਗ ਲੈਂਦੇ ਹਾਂ। ਪਰ ਅਸੀਂ ਯਹੂਨਾ 13 ਵਿੱਚ ਇਹ ਵੇਖ ਸਕੇ ਕਿ ਜਿਵੇਂ ਉਹ ਪੁਰਾਣੇ ਨੇਮ ਵਿੱਚ ਜਾਜਕਾਂ ਦੁਆਰਾ ਕੀਤੀ ਜਾਂਦੀ ਸੀ, ਠੀਕ ਉਸੇ ਤਰ੍ਹਾਂ ਯੀਸ਼ੂ ਨੇ ਨਵੇਂ ਨੇਮ ਵਿੱਚ ਨਮੂਨਾ ਵਿਖਾਉਣ ਲਈ ਪਹਿਲਾਂ ਚੇਲਿਆਂ ਦੇ ਪੈਰ ਧੋ ਕੇ ਪਵਿੱਤਰ ਪੈਰ ਧੋਣ ਦੀ ਵਿਧੀ ਨੂੰ ਚਲਾਇਆ ਸੀ। ਜੇਕਰ ਅਸੀਂ ਪਹਿਲਾਂ ਪੈਰ ਧੋਣ ਦੀ ਵਿਧੀ ਕੀਤੇ ਬਿਨਾਂ ਪਸਾ ਦੇ ਪਵਿੱਤਰ ਭੋਜ ਦੀ ਵਿਧੀ ਵਿੱਚ ਭਾਗ ਲੈਂਦੇ ਹਾਂ, ਤਾਂ ਇਹ ਠੀਕ ਉਸੇ ਤਰ੍ਹਾਂ ਹੋਵੇਗਾ ਜਿਵੇਂ ਪੁਰਾਣੇ ਨੇਮ ਵਿੱਚ ਜਾਜਕ ਆਪਣੇ ਹੱਥ ਅਤੇ ਪੈਰ ਧੋਤੇ ਬਿਨਾਂ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਪ੍ਰਵੇਸ਼ ਕਰਦੇ ਸੀ। ਅਜਿਹੇ ਜਾਜਕਾਂ ਲਈ ਪਰਮੇਸ਼ਵਰ ਨੇ ਉਹਨਾਂ ਦੇ ਜੀਵਨ ਦਾ ਅੰਤ ਵੀ ਕਰ ਦਿੱਤਾ। ਜਦੋਂ ਅਸੀਂ ਇਸ ਨੂੰ ਵੇਖਦੇ ਹਾਂ ਤਾਂ ਅਸੀਂ ਸਮਝ ਸਕਦੇ ਹਾਂ ਕਿ ਸਾਨੂੰ ਇਸ ਮਾਮਲੇ ਨੂੰ ਨਵੇਂ ਨੇਮ ਵਿੱਚ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਇਸ ਕਰਕੇ ਜਦੋਂ ਯੀਸ਼ੂ ਮਸੀਹ ਆਏ, ਪਹਿਲੇ ਚਰਚ ਦੇ ਸਾਰੇ ਮੈਂਬਰਾਂ ਨੇ ਪਸਾ ਦੀ ਵਿਧੀ ਨੂੰ ਬਹੁਤ ਜ਼ਰੂਰੀ ਮੰਨਿਆ ਸੀ, ਅਤੇ ਬਾਈਬਲ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਪਸਾ ਦੀ ਰੋਟੀ ਅਤੇ ਦਾਖਰਸ ਖਾਣ ਦੀ ਵਿਧੀ ਵਿੱਚ ਕੋਈ ਸਮੱਸਿਆ ਹੋਈ ਸੀ, ਫਿਰ ਉਸ ਵੇਲੇ ਇੱਕ ਅਕਿਰਪਾਲੂ ਹਾਲਾਤ ਪੈਦਾ ਹੋ ਗਈ ਸੀ। ਇਸ ਲਈ ਭਾਵੇਂ ਤੁਸੀਂ ਅੱਜ ਪਹਿਲੀ ਵਾਰ ਪਸਾ ਮਨਾ ਰਹੇ ਹੋ ਅਤੇ ਪਸਾ ਨਾਲ ਬਹੁਤ ਜ਼ਿਆਦਾ ਜਾਣੂ ਨਹੀਂ ਹੋ, ਫਿਰ ਵੀ ਕਿਰਪਾ ਕਰਕੇ ਇਹ ਸਮਝ ਲਓ ਕਿ ਸਿਰਫ ਉਹੀ ਲੋਕ ਜਿਨ੍ਹਾਂ ਨੇ ਚਰਚ ਦੇ ਨਿਰਦੇਸ਼ਾਂ ਅਨੁਸਾਰ ਪੈਰ ਧੋਣ ਦੀ ਵਿਧੀ ਵਿੱਚ ਹਿੱਸਾ ਲਿਆ, ਪਸਾ ਦੀ ਰੋਟੀ ਖਾਣ ਅਤੇ ਪਸਾ ਦਾ ਦਾਖਰਸ ਪੀਣ ਦੀ ਪਵਿੱਤਰ ਭੋਜ ਦੀ ਵਿਧੀ ਵਿੱਚ ਭਾਗ ਲੈ ਸਕਦੇ ਹਨ। ਆਓ ਅਸੀਂ ਪਹਿਲਾ ਕੁਰਿੰਥੀਓ 11 ਪੜ੍ਹੀਏ। ਆਓ ਅਸੀਂ ਵਚਨ 23 ਵੇਖੀਏ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯੀਸ਼ੂ ਨੇ ਜਿਸ ਰਾਹ ਤੋਂ ਫੜਵਾਇਆ ਗਿਆ ਸੀ ਰੋਟੀ ਲਈ, ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਤੇ ਕਿਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹਨੂੰ ਪੀਓ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ, ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ। ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। ਵਚਨ 28, ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। ਜਿਹੜਾ ਖਾਂਦਾ ਅਤੇ ਪੀਂਦਾ ਹੈ, ਜੋ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਡ ਲਾ ਕੇ ਖਾਂਦਾ ਪੀਂਦਾ ਹੈ। ਇਸੇ ਕਰਕੇ ਬਾਹਲੇ ਤੁਹਾਡੇ ਵਿੱਚ ਨਿਤਾਣੇ ਅਤੇ ਰੋਗੀ ਹਨ ਅਤੇ ਕਈ ਕੋ ਸੁੱਤੇ ਪਏ ਹਨ। ਪਹਿਲਾ ਕੁਰਿੰਥੀਓ ਅਧਿਆਇ 11 ਵਚਨ 30 ਵਿੱਚ ਪਸਾ ਨੂੰ ਉਸ ਦੀ ਵਿਧੀਆਂ ਦੇ ਅਨੁਸਾਰ ਮਨਾਉਣ ਵਿੱਚ ਅਸਫਲ ਹੋਣ ਕਰਕੇ ਨਤੀਜੇ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਅੱਜ ਤੁਸੀਂ ਅਤੇ ਮੈਂ ਵੱਡੇ ਅਤੇ ਪਵਿੱਤਰ ਪਸਾ ਮਨਾ ਰਹੇ ਹਾਂ, ਜਿਸ ਦੀ ਰੋਟੀ ਅਤੇ ਦਾਖਰਸ ਦੇ ਦੁਆਰਾ ਅਸੀਂ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਾਂ, ਵਿਪਤਾਵਾਂ ਤੋਂ ਬਚ ਸਕਦੇ ਹਾਂ ਅਤੇ ਸਵਰਗੀ ਲੋਕਾਂ ਦੇ ਰੂਪ ਵਿੱਚ ਮੋਹਰ ਪ੍ਰਾਪਤ ਕਰ ਸਕਦੇ ਹਾਂ। ਹਾਲਾਂਕਿ ਇਸ ਵਿਧੀ ਵਿੱਚ ਪ੍ਰਕਿਰਿਆਵਾਂ ਅਤੇ ਨਿਯਮ ਹਨ। ਅੱਜ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਰੇ ਲੋਕ ਪੈਰ ਧੋਣ ਦੀ ਵਿਧੀ ਤੋਂ ਸ਼ੁਰੂ ਕਰਕੇ ਪਵਿੱਤਰ ਭੋਜ ਦੀ ਵਿਧੀ ਤੱਕ ਪਸਾ ਨੂੰ ਉਹਦੇ ਸਹੀ ਕ੍ਰਮ ਅਤੇ ਨਿਯਮਾਂ ਦੇ ਅਨੁਸਾਰ ਇੱਕ ਯੋਜਨਾਬੱਧ ਤਰੀਕੇ ਨਾਲ ਮਨਾਓ, ਤਾਂ ਜੋ ਸਿਓਨ ਦੇ ਸਾਰੇ ਪਰਿਵਾਰ ਦੇ ਮੈਂਬਰ ਪਰਮੇਸ਼ਵਰ ਦੁਆਰਾ ਆਸ਼ੀਸ਼ਿਤ ਹੋ ਸਕਣ ਅਤੇ ਪੂਰੇ ਸਾਲ ਪਿਤਾ ਅਤੇ ਮਾਤਾ ਜੀ ਦੇ ਪਿਆਰ ਵਿੱਚ ਰਹਿ ਸਕਣ। ਮੈਂ ਪੈਰ ਧੋਣ ਦੀ ਵਿਧੀ ਲਈ ਇਹ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।